तेग बहादुर सिमरिए कर नाउ नित आवे ताए। तेग बहादुर सिमरिए कर नाउ नित आवे ताए। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या धुपै स्वामी, मानस की गत एही। जो हमरी बिद होती मेरा सतगुरा, सा बिद तुम हर जन हो आपे। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जिन केरा, जित मिलै चुकै सब सोग संतापे। श्री हर कृष्ण ध्याइयै, जिस डिठै सब दुख जाए। तेग बहादुर सिमरियै घर नौ निद आवै ताए। तेग बहादुर सिमरियै घर नौ निद आवै ताए। सब थाई होए सहाय। परम सन्मानयोग जुगो जुग अटल तख्त चवर छत्र दे मालक सतगुरु श्री गुरु ग्रंथ साहब महाराज पातशाह जी की पावन पितर हजूरी अंदर जुड़ बैठ के धन धन श्री गुरु तेग बहादुर महाराज जी के 400 साला प्रकाश गुरपुरब नूं समर्पित सिख चैनल यूके ਵੱਲੋਂ ਆਪ ਸੰਗਤ ਦੇ ਸਹਿਯੋਗ ਦੇ ਨਾਲ ਲੜੀਵਾਰ ਗੁਰ ਇਤਿਹਾਸ ਆਪ ਸੰਗਤ ਰੋਜ਼ਾਨਾ ਹੀ ਬੈਠ ਕਰਕੇ ਸਰਵਨ ਕਰ ਰਹੇ ਹੋ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਜੀਵਨ ਇਤਿਹਾਸ ਦੀ ਸਾਂਝ ਕਰਨ ਤੋਂ ਪਹਿਲਾਂ ਆਓ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਕਰੀਏ। ਮਨ ਬਿਰਤੀਆਂ ਇਕਾਗਰ ਕਰੋ। ਅਦਬ ਪਿਆਰ ਸਤਿਕਾਰ ਦੇ ਨਾਲ ਰਸਨਾ ਕਰੋ ਪਵਿੱਤਰ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠੀ ਹੋਈ ਸੰਗਤ ਜੋ ਗੁਰਬਾਣੀ ਦੇ ਕਥਾ ਅਤੇ ਕੀਰਤਨ ਦਾ ਲਾਭ ਪ੍ਰਾਪਤ ਕਰ ਰਹੀ ਸੀ। ਸਤਿਗੁਰ ਮਹਾਰਾਜ ਕੀ ਦੇਖਦੇ ਨੇ ਕਿ ਸੰਗਤ ਵਿੱਚ ਟਾਕੇ ਤੋਂ ਇੱਕ ਪ੍ਰੇਮੀ ਸਿੱਖ ਆ ਕੇ ਬੈਠਾ ਹੈ ਔਰ ਉਹਨੇ ਕਥਾ ਵੀ ਸੁਣੀ, ਕੀਰਤਨ ਵੀ ਸਰਵਨ ਕੀਤਾ, ਪਰ ਉਹਦਾ ਜਿਹੜਾ ਮਨ ਹੈ, ਮਨ ਦੇ ਵਿੱਚ ਕੁਝ ਚਿੰਤਾ ਫਿਕਰ ਚੱਲਦੇ ਪਏ ਨੇ। ਉਹਦਾ ਚਿਹਰਾ ਦੱਸਦਾ ਪਿਆ ਹੈ ਕਿ ਉਹ ਚਿੰਤਾਤੁਰ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਪੁੱਛਿਆ, ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਦੱਸੋ
ਕਿ ਤੁਹਾਡੀ ਚਿੰਤਾ ਦਾ ਕਾਰਨ ਕੀ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਕਿ ਦੇਖੋ, ਮੈਂ ਵਪਾਰ ਕਰਦਾ ਹਾਂ ਤੇ ਵਪਾਰ ਕਰਦਿਆਂ ਸਤਿਗੁਰੂ ਮਹਾਰਾਜ ਕਹਿੰਦੇ ਕਿ ਦੇਖੋ ਸਤਿਗੁਰੂ, ਕਿ ਮੈਨੂੰ ਵਪਾਰ ਕਰਦਿਆਂ ਬਹੁਤ ਘਾਟਾ ਪੈ ਗਿਆ ਤੇ ਮੈਂ ਇਸ ਕਰਕੇ ਚਿੰਤਾ ਦੇ ਵਿੱਚ ਹਾਂ ਕਿ ਮੇਰਾ ਕਾਰੋਬਾਰ ਕਿਵੇਂ ਚੱਲੇਗਾ, ਕਿਵੇਂ ਮੇਰੀਆਂ ਲੋੜਾਂ ਪੂਰੀਆਂ ਹੋਣਗੀਆਂ। ਮੈਂ ਮਨ ਦੇ ਵਿੱਚ ਇਹੀ ਸੋਚਦਾ ਪਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਕਿਸੇ ਸੱਜਣ ਮਿੱਤਰ ਨੂੰ ਮਿਲਾਂ, ਜਿੰਦੇ ਕਰਕੇ ਜਿਹੜਾ ਹੈ ਮੇਰਾ ਇਹ ਮਸਲਾ ਹੱਲ ਹੋ ਸਕੇ, ਮੇਰੀ ਕੋਈ ਸਹਾਇਤਾ ਕਰ ਸਕੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਇਹ ਗੱਲ ਕਹੀ ਸੀ, ਕਹਿਣ ਲੱਗੇ ਕਿ ਦੇਖੋ, ਸਭ ਤੋਂ ਵੱਡਾ ਭਰੋਸਾ ਇਨਸਾਨ ਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਹੋਣਾ ਚਾਹੀਦਾ ਹੈ। ਕਿਉਂਕਿ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਜਗਤ ਦੇ ਵਿੱਚ ਕੋਈ ਛੋਟਾ ਭਿਖਾਰੀ ਹੈ ਤੇ ਕੋਈ ਵੱਡਾ ਭਿਖਾਰੀ ਹੈ। ਜੇ ਇਨਸਾਨ ਦੀ ਮਨੁੱਖ ਦੀ ਟੇਕ ਲਓਗੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੁਖੀ ਹੋਵੋਗੇ, ਉਹਨਾਂ ਦੇਰ ਤੱਕ ਤੁਹਾਡੇ ਮਨ ਨੂੰ ਤਸੱਲੀ ਰਹਿਣੀ ਜਿੰਨੀ ਦੇਰ ਤੱਕ ਉਹ ਇਨਸਾਨ ਤੁਹਾਡੀ ਮਦਦ ਕਰੇ। ਪਰ ਜਿਸ ਦਿਨ ਉਸਨੇ ਮਦਦ ਨਾ ਕੀਤੀ, ਤੁਹਾਡਾ ਭਰੋਸਾ ਵੀ ਟੁੱਟੇਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਸੀਂ ਨਿਰਾਸ਼ ਵੀ ਹੋਵੋਗੇ। ਇਸ ਕਰਕੇ ਜੇਕਰ ਭਰੋਸਾ ਰੱਖਣਾ ਹੈ ਤੇ ਮਹਾਰਾਜ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਤੇ ਰੱਖੋ, ਜਿਹੜਾ ਸਾਰਿਆਂ ਨੂੰ ਹੀ ਦਾਤਾਂ ਦੇਣ ਵਾਲਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨਾ ਆਵੇ, ਅਗੰਤ ਪਰੇ ਪੰਡਾਰ। ਜਿਸ ਦਾ ਦਿੱਤਾ ਖਾਵਨਾ, ਤਿਸ ਕਹੀਏ ਸ਼ਾਬਾਸ। ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੇ ਅਰਦਾਸ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਵਿੱਚ ਉੱਥੇ ਇੱਕ ਬ੍ਰਾਹਮਣ ਬੈਠਾ ਹੈ। ਉਹਨੇ ਮਹਾਰਾਜ ਨੂੰ ਕਹਿਣ ਲੱਗਿਆ, ਸਤਿਗੁਰੂ ਸੱਚੇ ਪਾਤਸ਼ਾਹ, ਆਪ ਪਾਵਨ ਸ਼ਖਸੀਅਤ ਹੋ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਆਪ ਪਾਵਨ ਸ਼ਖਸੀਅਤ ਨਹੀਂ ਜੇ। ਮਹਾਰਾਜ, ਆਪ ਪਾਵਨ ਮੂਰਤ ਹੋਣ ਦੇ ਬਾਵਜੂਦ ਆਪ ਦੀ ਸੰਗਤ ਵਿੱਚ ਬ੍ਰਾਹਮਣ ਆਵੇ, ਖੱਤਰੀ ਆਵੇ, ਸ਼ੂਦਰ ਆ ਜਾਵੇ, ਨੀਵੀਂ ਜਾਤ ਵਾਲਾ ਆ ਜਾਏ, ਉੱਚੀ ਜਾਤ ਵਾਲਾ ਆ ਜਾਏ, ਆਪ ਜੀ ਉਹਨਾਂ ਸਾਰਿਆਂ ਨੂੰ ਇੱਕੋ ਜਿਹਾ ਕਿਉਂ ਕਹਿੰਦੇ ਹੋ। ਸੱਚੇ ਪਾਤਸ਼ਾਹ ਮਹਾਰਾਜ, ਆਪ ਜਿਹੜੀ ਪਿਛਲੀ ਮਿੱਥੀ ਹੋਈ ਮਰਿਆਦਾ ਹੈ ਕਿ ਹਰ ਵਰਨ ਦਾ ਉਪਦੇਸ਼ ਵੱਖੋ ਵੱਖਰਾ ਹੈ, ਹਰ ਵਰਨ ਦਾ ਧਰਮ ਵੱਖੋ ਵੱਖਰਾ ਹੈ। ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਉਸ ਧਰਮ, ਉਸ ਮਰਿਆਦਾ ਦੇ ਉਲਟ ਕਿਉਂ ਚੱਲਦੇ ਹੋ। ਬ੍ਰਾਹਮਣ ਤੇ ਸ਼ੂਦ ਨੂੰ ਇੱਕੋ ਜਿਹਾ ਕਿਉਂ ਜਾਣਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿ ਜਿਹੜਾ ਸਾਂਝਾ ਬਾਪ ਹਮਾਰਾ ਹੈ, ਜਿਵੇਂ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਵੀ ਕਿਰਪਾ ਕੀਤੀ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਮਾਨਸ ਕੀ ਜਾਤ ਸਭੇ ਏਕੈ ਪਹਿਚਾਨ ਬੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਅਸੀਂ ਸਾਰੇ ਹੀ ਇੱਕ ਪਰਮਾਤਮਾ ਦੀ ਅੰਸ਼ ਹਾਂ, ਅਸੀਂ ਸਾਰੇ ਹੀ ਅੰਸ਼ ਕਰਕੇ ਭਰਾ ਹਾਂ, ਅਸੀਂ ਸਾਰੇ ਹੀ ਅੰਸ਼ ਕਰਕੇ ਇੱਕੇ ਪਿਤਾ ਦੀ ਸੰਤਾਨ ਹਾਂ। ਮਹਾਰਾਜ ਕਹਿੰਦੇ ਨੇ ਕਿ ਕਰਮ ਕਰਕੇ ਅਸੀਂ ਦੁਖੀ ਹੋ ਜਾਂਦੇ ਹਾਂ, ਪਰ ਵਿਰਸੇ ਕਰਕੇ ਅਸੀਂ ਉਸ ਪਰਮਾਤਮਾ ਦੀ ਸੱਤਾ ਦੇ, ਉਹਦੀ ਤਾਕਤ ਦੇ, ਉਹਦੀ ਅੰਸ਼ ਦੇ ਵਾਰਸ ਹਾਂ। ਸਾਡੇ ਸਾਰਿਆਂ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ ਤੇ ਜੈਸਾ ਜੀਵ ਕੋਈ ਕਰਮ ਕਰਦਾ ਹੈ, ਉਹਦੇ ਮੁਤਾਬਕ ਉਹਨੂੰ ਚੰਗਾ ਜਾਂ ਮਾੜਾ ਇੱਥੇ ਜੀਵਨ ਪ੍ਰਾਪਤ ਹੋ ਜਾਂਦਾ ਹੈ। ਜੇ ਕਿਸੇ ਨੇ ਬਹੁਤੇ ਚੰਗੇ ਕਰਮ ਕੀਤੇ, ਉਹਨੂੰ ਜ਼ਿੰਦਗੀ ਦੇ ਵਿੱਚ ਸੁੱਖ ਮਿਲ ਗਏ। ਜੇ ਕਿਸੇ ਨੇ ਮਾੜੇ ਕਰਮ ਕੀਤੇ, ਉਹਨੂੰ ਗਰੀਬੀ, ਭੁੱਖਮਰੀ, ਦੁੱਖ ਜਿਹੜੇ ਹੈ ਉਹ ਜ਼ਿੰਦਗੀ ਦੇ ਵਿੱਚ ਪ੍ਰਾਪਤ ਹੋ ਗਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ਼ਲੋਕ ਸਹਿਸਕ੍ਰਿਤੀ ਦੇ ਅੰਦਰ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ, ਦਾਨੰ ਪਰਾ ਪੂਰਬੇਨ ਪੁਚੰਤੇ ਮਹੀਪਤੇ। ਮਹਾਰਾਜ ਕਹਿੰਦੇ ਨੇ ਕਿ ਜੀਵ ਦੇ ਕੀਤੇ ਹੋਏ ਕਰਮ, ਚੰਗੇ ਕਰਮ ਜਿਹੜੇ ਨੇ ਨਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਹਦੇ ਕਰਕੇ ਜੀਵ ਜਿਹੜਾ ਹੈ ਉਹ ਪੁਚੰਤੇ ਮਹੀਪਤੇ। ਮਹੀਪਤੇ ਕਹਿੰਦੇ ਨੇ ਕਿ ਰਾਜ ਭਾਗ ਮਿਲ ਜਾਣਾ, ਸੁੱਖ ਮਿਲ ਜਾਣਾ। ਦਾਨ ਕੀਤੇ ਹੋਏ ਕਰਕੇ ਹੀ ਸੁੱਖ ਪ੍ਰਾਪਤ ਹੋਇਆ, ਰਾਜ ਭਾਗ ਮਿਲ ਗਿਆ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੇਕਰ ਕੋਈ ਰੱਬ ਨੂੰ ਭੁੱਲ ਜਾਏ, ਰਾਜ ਭਾਗ ਮਿਲਿਆ ਹੋਵੇ ਤੇ ਫਿਰ ਰੱਬ ਨੂੰ ਚੇਤੇ ਨਾ ਕਰੇ, ਤੇ ਮਹਾਰਾਜ ਕਹਿੰਦੇ ਨੇ ਫਿਰ ਇਸ ਤੋਂ ਅੱਗੇ ਜਿਹੜਾ ਹੈ ਉਹ ਦੁੱਖ ਹੀ ਹੈ। ਵਿਦਵਾਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਤਪੋਂ ਰਾਜ ਰਾਜੋਂ ਨਰਕ। ਤਪ ਕੀਤਿਆਂ, ਸੇਵਾ ਕੀਤਿਆਂ
ਦਾਨ ਪੁੰਨ ਕੀਤਿਆਂ ਰਾਜ ਭਾਗ ਮਿਲਿਆ, ਪਰ ਰਾਜ ਭਾਗ ਮਿਲ ਕੇ ਜੇਕਰ ਬੰਦਗੀ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਸ਼ੁਕਰਾਨਾ ਜੀਵਨ ਦੇ ਵਿੱਚ ਨਹੀਂ, ਤੇ ਵਿਦਵਾਨ ਕਹਿੰਦੇ ਨੇ ਕਿ ਇਸ ਤੋਂ ਅੱਗੇ ਫਿਰ ਨਰਕ ਹੀ ਹੈ, ਇਸ ਤੋਂ ਅੱਗੇ ਦੁੱਖ ਹੀ ਹੈ ਜੀਵਨ ਦੇ ਵਿੱਚ, ਹੋਰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਕਰਕੇ ਜੀਵ ਜਿਹੜਾ ਹੈ ਉਹ ਕਰਮਾਂ ਦੇ ਕਰਕੇ ਦੁਖੀ ਹੁੰਦਾ ਪਿਆ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਲੈਣ ਦੇਣ ਕਰਕੇ ਹੀ ਜੀਵ ਇੱਕ ਦੂਸਰੇ ਨੂੰ ਚੰਗਾ ਤੇ ਮਾੜਾ ਗਿਣ ਲੈਂਦਾ ਹੈ। ਪਰ ਮਹਾਰਾਜ ਕਹਿੰਦੇ ਨੇ ਇਹ ਵੀ ਸੱਚ ਹੈ ਕਿ ਦਿਨ ਤੋਂ ਬਾਅਦ ਵਿੱਚ ਰਾਤ ਆਉਂਦੀ ਤੇ ਰਾਤ ਤੋਂ ਬਾਅਦ ਵਿੱਚ ਦਿਨ ਜ਼ਰੂਰ ਆਉਂਦਾ ਹੈ। ਜਿੰਦੇ ਜੀਵਨ ਦੇ ਵਿੱਚ ਦੁੱਖ ਨੇ, ਜੇਕਰ ਉਹ ਦੁੱਖ ਦੇ ਵਿੱਚ ਪਰਮਾਤਮਾ ਦਾ ਪੱਲਾ ਫੜ ਲਏ ਤੇ ਉਹਦੇ ਵਾਸਤੇ ਸਵੇਰ, ਸੁੱਖਾਂ ਦੀ ਭਰੀ ਸਵੇਰ ਜ਼ਰੂਰ ਮਿਲੇਗੀ। ਤੇ ਜਿੰਦੀ ਸਵੇਰ ਐਸ਼ ਦੇ ਵਿੱਚ ਬਤੀਤ ਹੁੰਦੀ ਪਈ ਏ, ਰੱਬ ਨੂੰ ਭੁੱਲਿਆ ਪਿਆ ਹੈ, ਉਹਦੇ ਵਾਸਤੇ ਰਾਤ ਦਾ ਕਾਲਾ ਹਨੇਰਾ ਬਿਲਕੁਲ ਸਾਹਮਣੇ ਆ ਜਾਏਗਾ। ਮਹਾਰਾਜ ਜੀ ਨੇ ਉੱਥੇ ਫਿਰ ਕਿਰਪਾ ਕੀਤੀ। ਰਾਗ ਆਸਾ ਦੇ ਅੰਦਰ ਸਤਿਗੁਰ ਮਹਾਰਾਜ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਤਨੀ ਵੀ ਅਸੀਂ ਬਾਣੀ ਪੜ੍ਹਦੇ ਹਾਂ, ਹਰ ਬਾਣੀ ਦੇ ਵਿੱਚ ਇਹ ਵਿਸ਼ੇਸ਼ਤਾ ਹੈ ਮਹਾਰਾਜ ਜੀ ਦੀ ਬਾਣੀ 'ਚ ਕਿ ਹਰ ਸ਼ਬਦ ਦੇ ਵਿੱਚ ਜਿਹੜਾ ਰਹਾਉ ਦਾ ਬੰਦ ਹੈ, ਮਹਾਰਾਜ ਨੇ ਸਭ ਤੋਂ ਪਹਿਲਾਂ ਉਹਨੂੰ ਰੱਖਿਆ। ਮਹਾਰਾਜ ਕਿਰਪਾ ਕਰਦੇ ਨੇ, ਮਿਰਥਾ ਕਹੋਂ ਕੌਣ ਸਿਉ ਮਨ ਕੀ, ਕਿ ਜਿਹੜਾ ਮਨ ਦੀ ਅਵਸਥਾ ਹੈ ਇਹ ਹੁਣ ਮੈਂ ਕਿਹਨੂੰ ਜਾ ਕੇ ਆਖਾਂ, ਕਿਹਦੇ ਅੱਗੇ ਰੱਖਾਂ, ਕਿਹਨੂੰ ਦੇਖਾਂ। ਸਤਿਗੁਰ ਮਹਾਰਾਜ ਪਾਵਨ ਬਾਣੀ 'ਚ ਕਿਰਪਾ ਕਰਦੇ ਨੇ ਕਿ ਕਈ ਵਾਰੀ ਬੰਦਾ ਆਪਣਾ ਦੁੱਖ ਸੁਣਾਉਣ ਵਾਸਤੇ ਕਿਸੇ ਦੂਸਰੇ ਦੇ ਕੋਲ ਜਾਂਦਾ ਹੈ, ਪਰ ਜਦੋਂ ਦੂਸਰੇ ਦੇ ਕੋਲ ਜਾ ਕੇ ਆਪਣਾ ਇੱਕ ਦੁੱਖ ਸੁਣਾਉਣ ਲੱਗੇ ਤੇ ਦੂਜਾ ਚਾਰ ਸੁਣਾਉਣੇ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਵੀ ਬੜਾ ਦੁਖੀ ਹਾਂ, ਮੇਰੇ ਤੇ ਵੀ ਇਹੀ ਮੁਸ਼ਕਲਾਂ ਆ ਗਈਆਂ। ਕਿਸ ਪੇ ਖੋਲੋਂ ਗੰਠੜੀ ਦੁਖੀ ਪਰ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਦੁੱਖਾਂ ਦੀ ਗੰਢ ਮੈਂ ਕਿਹਦੇ ਕੋਲ ਜਾ ਕੇ ਖੋਲਾਂ, ਹਰ ਕੋਈ ਬੰਦਾ ਇੱਥੇ ਦੁਖੀ ਹੈ। ਇੱਕ ਦੁੱਖ ਸੁਣਾਉਂਗੇ, ਅਗਲਾ ਆਪਣੇ ਚਾਰ ਦੁੱਖ ਸੁਣਾਉਣੇ ਸ਼ੁਰੂ ਕਰੇਗਾ। ਬਿਰਥਾ ਕਹੂੰ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਲੋਭ ਗ੍ਰਸਿਓ, ਗ੍ਰਸਿਓ ਦਾ ਭਾਵ ਹੁੰਦਾ ਹੈ ਕਿ ਖਾ ਲਿਆ। ਮਹਾਰਾਜ ਕਹਿੰਦੇ ਨੇ ਕਿ ਜੀਵ ਨੂੰ ਤਾਂ ਲੋਭ ਨੇ ਖਾਧਾ ਹੋਇਆ ਹੈ, ਜੀਵ ਲੋਭ ਨਿਕਲ ਗਿਆ ਹੈ ਜੀਵ ਨੂੰ। ਦਸਹੂੰ ਦਿਸ ਧਾਵਤ, ਤੇ ਇਸ ਲੋਭ ਦੇ ਵਿੱਚ ਫਸੇ ਹੋਏ ਨੇ, ਲੋਭ ਦੇ ਵਿੱਚ ਖੁੱਭੇ ਹੋਏ ਨੇ। ਮਹਾਰਾਜ ਕਹਿੰਦੇ ਨੇ ਹੁਣ ਇਹ ਲੋਭੀ ਜਿਹੜਾ ਇਨਸਾਨ ਹੈ, ਦਸਹੂੰ ਦਿਸ ਧਾਵਤ, ਇਹ ਦਸਾਂ ਪਾਸੇ ਭੱਜਦਾ ਹੈ। ਵਿਦਵਾਨਾਂ ਨੇ 10 ਦਿਸ਼ਾ ਦਾ ਜ਼ਿਕਰ ਕਰਦੇ ਨੇ ਕਿ ਇੱਕ ਤਾਂ 4 ਦਿਸ਼ਾ ਹੋ ਜਾਂਦੀਆਂ ਨੇ, ਜਿਵੇਂ ਉੱਤਰ, ਦੱਖਣ, ਪੂਰਬ, ਪੱਛਮ ਹੈ। ਫਿਰ 4 ਦਿਸ਼ਾ ਉਹਨਾਂ ਨੂੰ ਗਿਣਿਆ ਕਿ ਜਿਹੜਾ ਉਹਨਾਂ 4 ਦਿਸ਼ਾ ਦੇ ਵਿਚਲਾ ਹਿੱਸਾ ਬਣਦਾ, ਜਿਹਨੂੰ ਈਸ਼ਾਨ ਕੋਣ ਕਹਿੰਦੇ ਆ। ਉੱਤਰ ਪੂਰਬ ਦੇ ਵਿੱਚ ਪੂਰਬ ਤੇ ਪੱਛਮ ਦੇ ਵਿੱਚ ਤੇ ਪੱਛਮ ਤੇ ਦੱਖਣ, ਇਹਦੇ ਵਿਚਕਾਰਲਾ ਜਿਹੜਾ ਹਿੱਸਾ ਹੈ ਉਹਨੂੰ ਕਹਿੰਦੇ ਨੇ ਈਸ਼ਾਨ ਕੋਣ। 4 ਉੱਤਰ, ਦੱਖਣ, ਪੂਰਬ, ਪੱਛਮ ਹੈ, 4 ਈਸ਼ਾਨ ਕੋਣ ਹੈ ਤੇ 1 ਜ਼ਮੀਨ ਤੇ 1 ਆਕਾਸ਼, ਇਹਨੂੰ ਕਹਿੰਦੇ ਨੇ 10 ਦਿਸ਼ਾ। ਲੋਭ ਗ੍ਰਸਿਓ ਦਸਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਤੇ ਮਨ ਦੇ ਵਿੱਚ ਇਹ ਨਹੀਂ ਕਿ ਬੰਦਾ ਭੱਜਦਾ ਹੈ ਤੇ ਧਰਮ ਕਮਾਉਣ ਵਾਸਤੇ ਭੱਜਦਾ ਪਿਆ ਹੈ। ਆਸਾ ਲਾਗਿਓ ਧਨ ਕੀ, ਧਨ ਦੇ ਵਾਸਤੇ ਇਹ ਦੌੜਦਾ ਪਿਆ ਹੈ ਕਿ ਧਨ ਪ੍ਰਾਪਤ ਹੋ ਜਾਏ। ਭਾਵੇਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਭਾਵੇਂ ਅਪੱਖ ਵੀ ਖਾਣਾ ਪੈ ਜਾਏ, ਜੋ ਹਿੱਸਾ ਨਹੀਂ ਬਣਦਾ ਉਹ ਵੀ ਲੈਣਾ ਪੈ ਜਾਏ, ਜੋ ਧਰਮ ਨਹੀਂ ਕਹਿੰਦਾ ਉਹ ਵੀ ਕਰਨਾ ਪੈ ਜਾਏ। ਹਰ ਜੀਵ ਹਰ ਕਰਮ ਕਰਨ ਨੂੰ ਤਿਆਰ ਹੋ ਜਾਂਦਾ ਹੈ, ਪਰ ਮਨੋਰਥ ਕਿਹੜਾ ਅੰਦਰ, ਆਸਾ ਕਿਹੜੀ ਲੱਗੀ ਹੋਈ ਅੰਦਰ, ਬਸ ਆਸਾ ਲਾਗਿਓ ਧਨ ਕੀ, ਕਿ ਧਨ ਕਿਹੜੇ ਤਰੀਕੇ ਨਾਲ ਆਉਣਾ ਹੈ। ਧਰਮ ਤੋਂ ਡਿੱਗ ਜਾਵਾਂ ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪਿਆ। ਸਮਾਜਿਕ ਤੌਰ 'ਤੇ ਡਿੱਗ ਜਾਵਾਂ ਕੋਈ ਫਰਕ ਨਹੀਂ ਪੈਂਦਾ, ਪਰ ਧਨ ਜ਼ਰੂਰ ਚਾਹੀਦਾ ਹੈ। ਲੋਕ ਕੀ ਕਹਿਣਗੇ ਇਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ, ਧਨ ਚਾਹੀਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਕਰਕੇ ਕਿ ਲੋਭ ਗ੍ਰਸਿਓ, ਲੋਭ ਨੇ ਇਹਨੂੰ ਖਾ ਲਿਆ, ਲੋਭ ਦੇ ਵਿੱਚ ਇਹ ਫਸ ਗਿਆ, ਲੋਭ ਇਹਨੂੰ ਨਿਕਲ ਗਿਆ। ਹੁਣ ਇਹ ਦਸਹੂੰ ਦਿਸ ਧਾਵਤ, 10 ਦਿਸ਼ਾ ਵਾਲੇ ਪਾਸੇ ਇਹ ਦੌੜਦਾ ਹੈ। ਆਸਾ ਲਾਗਿਓ ਧਨ ਕੀ, ਧਨ ਦੀ ਆਸਾ ਲੈ ਕਰਕੇ ਹੁਣ ਇਹ 10 ਪਾਸੇ ਲੋਭ ਦੇ ਵਿੱਚ ਦੌੜੀ ਜਾਂਦਾ ਹੈ। ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਮਹਾਰਾਜ ਕਹਿੰਦੇ ਨੇ ਸੁੱਖ ਦੇ ਵਾਸਤੇ ਨਾ, ਸੁੱਖ ਸੋਚਦਾ ਹੈ ਕਿ ਸ਼ਾਇਦ ਫਲਾਨੀ ਥਾਂ ਤੋਂ ਸੁੱਖ ਮਿਲੇਗਾ, ਫਲਾਨੇ ਕੋਲੋਂ ਸੁੱਖ ਮਿਲ ਜਾਏਗਾ,
ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਬੜਾ ਦੁੱਖ ਮਿਲਦਾ ਸੁੱਖ ਦੇ ਕਰਕੇ, ਸੁੱਖ ਦੀ ਆਸਾ ਰੱਖਣ ਕਰਕੇ। ਸੁੱਖ ਦੇ ਵਾਸਤੇ ਜਦੋਂ ਗਲਤ ਕਰਮ ਕਰੇਗਾ ਤੇ ਮਹਾਰਾਜ ਕਹਿੰਦੇ ਨੇ ਉਹ ਸੁੱਖ ਤਾਂ ਮਿਲਣਾ ਨਹੀਂ। ਸੁਖ ਮੰਗਤ ਦੁੱਖ ਆਗਲ ਆਵੇ, ਸੋ ਸੁਖ ਹਮੂ ਨਾ ਮੰਗਿਆ ਭਾਵੇ। ਕਿ ਜੇਕਰ ਗਲਤ ਤਰੀਕੇ ਨਾਲ ਕੋਈ ਕਰਮ ਕੀਤੇ ਤੇ ਸੋਚਦਾ ਹੈ ਕਿ ਸੁੱਖ ਮਿਲੇਗਾ, ਮਹਾਰਾਜ ਕਹਿੰਦੇ ਨਹੀਂ, ਸੁੱਖ ਤੋਂ ਪਹਿਲਾਂ ਦੁੱਖ ਜ਼ਰੂਰ ਆ ਜਾਏਗਾ, ਕਿਉਂਕਿ ਗਲਤੀਆਂ ਕੀਤੀਆਂ ਸੀ, ਕਰਮ ਐਵੇਂ ਦੇ ਕੀਤੇ ਸੀ। ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਜਿਹੜੇ ਆਪਣਿਆਂ ਤੋਂ ਵੀ ਨੀਵੇਂ, ਜਿਹੜੇ ਬਿਲਕੁਲ ਡਿੱਗੇ ਹੋਏ ਨੇ, ਜਿਨ੍ਹਾਂ ਦਾ ਇਖਲਾਕ ਜੀਵਨ ਦਾ ਡਿੱਗ ਚੁੱਕਿਆ, ਜਿਨ੍ਹਾਂ ਦਾ ਕਿਰਦਾਰ ਡਿੱਗ ਚੁੱਕਿਆ, ਜਿਹੜੇ ਸਮਾਜਿਕ ਤੌਰ 'ਤੇ, ਧਾਰਮਿਕ ਤੌਰ 'ਤੇ, ਜਿਹੜੇ ਇਨਸਾਨੀਅਤ ਦੇ ਤੌਰ 'ਤੇ ਜਿਨ੍ਹਾਂ ਦਾ ਜੀਵਨ ਡਿੱਗ ਚੁੱਕਿਆ, ਐਸੇ ਨੀਵਿਆਂ ਤੋਂ ਨੀਵਿਆਂ ਦੇ ਪੈਰਾਂ 'ਚ ਜਾ ਕੇ ਬਹਿਣ ਨੂੰ ਤਿਆਰ ਹੋ ਜਾਣਾ ਕਿ ਸੁੱਖ ਸ਼ਾਇਦ ਉੱਥੋਂ ਮਿਲ ਜਾਏ। ਉਦਾਹਰਨ ਮਹਾਰਾਜ ਜੀ ਨੇ ਇੱਕ ਨਾਲ ਹੀ ਦਿੱਤੀ। ਮਹਾਰਾਜ ਕਹਿੰਦੇ ਨੇ ਦੁਆਰ ਹੈ ਦੁਆਰ ਸਵਾਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਦੁਆਰੇ ਦੁਆਰ, ਬੂਹੇ ਬੂਹੇ ਤੇ, ਹਰ ਬੂਹੇ ਦੇ ਅੱਗੇ ਕੌਣ ਤੁਰਿਆ ਫਿਰਦਾ ਹੈ? ਕਹਿੰਦੇ ਨੇ ਸਵਾਨ ਜਿਉ ਡੋਲਤ। ਸਵਾਨ ਕਹਿੰਦੇ ਨੇ ਕੁੱਤੇ ਨੂੰ। ਕਹਿੰਦੇ ਜਿਹੜਾ ਅਵਾਰਾ ਕੁੱਤਾ ਹੋਵੇਗਾ ਉਹ ਇੱਕ ਬੂਹੇ ਤੇ ਨਹੀਂ ਡਿੱਗੇਗਾ, ਇੱਕ ਬੂਹੇ ਤੇ ਨਹੀਂ ਟਿਕਦਾ, ਉਹ ਹਰ ਬੂਹੇ ਦੇ ਅੱਗੇ ਤੁਰਿਆ ਫਿਰਦਾ ਹੈ। ਮਹਾਰਾਜ ਕਹਿੰਦੇ ਦੁਆਰ ਹੈ ਦੁਆਰ ਸਵਾਨ ਜਿਉ ਡੋਲਤ, ਨਹਿ ਸੁਤ ਰਾਮ ਭਜਨ ਕੀ। ਜਿਵੇਂ ਉਹਨੂੰ ਇੱਕ ਦਾ ਨਹੀਂ ਨਾ ਪਤਾ ਕਿ ਇੱਕ ਦਾ ਮੈਂ ਬਣ ਜਾਵਾਂ, ਇੱਕ ਦਾ ਮੈਂ ਘਰ ਦਾ ਵਫਾਦਾਰ ਹੋ ਜਾਵਾਂ ਤੇ ਮੇਰੀਆਂ ਸਾਰੀਆਂ ਲੋੜਾਂ ਤਾਂ ਇੱਕੇ ਥਾਂ ਤੋਂ ਪੂਰੀਆਂ ਹੋ ਸਕਦੀਆਂ ਨੇ, ਪਰ ਉਹਨੂੰ ਇੱਕ ਤੇ ਭਰੋਸਾ ਨਹੀਂ, ਉਹ ਬਹੁਤਿਆਂ ਤੇ ਭਰੋਸਾ ਕਰਕੇ ਬੈਠਾ ਕਿ ਸ਼ਾਇਦ ਇੱਥੋਂ ਨਾ ਮਿਲਿਆ ਤੇ ਉੱਥੇ ਚਲੇ ਗਿਆ, ਉੱਥੋਂ ਨਾ ਮਿਲਿਆ ਤੇ ਦੂਜੀ ਥਾਂ ਤੇ ਗਿਆ। ਮਹਾਰਾਜ ਕਹਿੰਦੇ ਨੇ ਇਸ ਕਰਕੇ ਨਾ ਤੇ ਰੱਬ ਦੇ ਨਾਮ ਦੀ ਸਮਝ ਸੀ ਆਈ, ਭਜਨ ਕੀਤਾ ਨਹੀਂ, ਨਾਮ ਸਿਮਰਿਆ ਨਹੀਂ। ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਤੇ ਗਲਤ ਕੰਮ ਕਰਦਾ ਹੈ ਤੇ ਗਲਤ ਕਰਮ ਕਰਨ ਤੋਂ ਬਾਅਦ ਵਿੱਚ ਲੋਕ ਇਹਦੇ ਉੱਤੇ ਹੱਸਦੇ ਪਏ ਨੇ। ਲੋਕ ਕਹਿੰਦੇ ਨੇ ਕਿ ਵੇਖੋ ਜੀ ਫਲਾਨਾ ਦੇਖੋ ਆਪਣਾ ਜੀਵਨ ਬਿਲਕੁਲ ਬਰਬਾਦ ਕਰੀ ਜਾ ਰਿਹਾ, ਬਿਲਕੁਲ ਜੀਵਨ ਨੂੰ ਗਲਤ ਪਾਸੇ ਲੈ ਗਿਆ, ਪਰ ਇੰਨਾ ਕੁ ਲੋਭ ਦੇ ਵਿੱਚ, ਵਿਕਾਰਾਂ ਦੇ ਵਿੱਚ ਫਸਿਆ ਪਿਆ ਜੀ ਜੀਵ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਾਨਸ ਜਨਮ ਅਕਾਰਥ ਖੋਵਤ। ਅਕਾਰਥ ਜਿਹੜਾ ਕਿਸੇ ਵੀ ਕੰਮ ਨਹੀਂ, ਅਰਥ ਤੋਂ ਬਗੈਰ, ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਹਨੇ ਜ਼ਿੰਦਗੀ ਦਾ ਵਿੱਚ ਕੋਈ ਮਕਸਦ, ਕੋਈ ਜ਼ਿੰਦਗੀ ਦੇ ਵਿੱਚ ਟਿਕਾਣਾ ਨਹੀਂ ਰੱਖਿਆ ਕਿ ਮੈਂ ਆਹ ਥਾਂ 'ਤੇ ਪਹੁੰਚਣਾ ਹੈ। ਮਾਨਸ ਜਨਮ ਅਕਾਰਥ ਖੋਵਤ। ਸਤਿਗੁਰੂ ਮਹਾਰਾਜ ਕਹਿੰਦੇ ਨੇ ਲਾਜ ਨਾ ਲੋਕ ਹਸਨ ਕੀ। ਤੇ ਇਹ ਵੀ ਨਹੀਂ ਮਨ ਦੇ ਵਿੱਚ ਸ਼ਰਮ ਕਰਦਾ ਕਿ ਮੇਰੇ 'ਤੇ ਲੋਕ ਕੀ ਮੈਨੂੰ ਕਹਿਣਗੇ, ਲੋਕ ਮੇਰੇ 'ਤੇ ਹੱਸਣਗੇ। ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਿਨਾਸੇ ਤਨ ਕੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਦੇਖੋ ਕਿਉਂ ਨਾਮ ਨਹੀਂ ਜਪਦਾ, ਕਿਉਂ ਤੂੰ ਬੰਦਗੀ ਨਹੀਂ ਕਰਦਾ, ਨਾਨਕ ਹਰ ਜਸ ਕਿਉਂ ਨਹੀਂ ਗਾਵਤ। ਕਿਉਂ ਤੂੰ ਜਸ ਨਹੀਂ ਗਾਉਂਦਾ, ਰੱਬ ਦੀ ਬੰਦਗੀ ਨਹੀਂ ਕਰਦਾ, ਕਿਉਂ ਤੂੰ ਉਹਦੇ ਗੁਨਾਹ ਨੂੰ ਨਹੀਂ ਗਾਉਂਦਾ ਪਿਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਸ ਗਾਉਣ ਦੇ ਨਾਲ, ਬੰਦਗੀ ਕਰਨ ਦੇ ਨਾਲ, ਸੰਗਤ ਕਰਨ ਦੇ ਨਾਲ, ਸੇਵਾ ਕਰਨ ਦੇ ਨਾਲ, ਗੁਰਬਾਣੀ ਸੁਣਨ ਤੇ ਪੜ੍ਹਨ ਦੇ ਨਾਲ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕੁਮਤ ਬਿਨਾਸੇ ਤਨ ਕੀ। ਇਹ ਸਰੀਰ ਦੇ ਵਿੱਚੋਂ ਭੈੜੀਆਂ ਆਦਤਾਂ ਮੁੱਕ ਜਾਂਦੀਆਂ ਨੇ। ਸਰੀਰ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਫਲ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜੀਵਨ ਜੇਕਰ ਮਿਲਿਆ ਹੈ ਤੇ ਜੀਵਨ ਤਾਂ ਮਿਲਿਆ ਹੈ ਕਿ ਇਸ ਨੂੰ ਅਸੀਂ ਸਫਲ ਕਰ ਸਕੀਏ। ਇਸ ਕਰਕੇ ਜਿੰਦੇ ਕੋਲ ਸੁੱਖ ਦੇ ਤੂੰ ਸਾਧਨ ਲੱਭਦਾ ਹੈ, ਉਹਦੇ ਕੋਲ ਸੁੱਖ ਦੇ ਸਾਧਨ ਨਹੀਂ ਨੇ। ਸੁੱਖ ਦੇ ਸਾਧਨ ਤਾਂ ਕੇਵਲ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਮਿਲ ਸਕਦੇ ਆ। ਜੇਕਰ ਬੰਦਗੀ ਕਰੇਗਾ, ਸੇਵਾ ਕਰੇਗਾ, ਸਿਮਰਨ ਕਰੇਗਾ, ਦੇਖੋ ਆਪ ਕਿੰਨੇ ਵਡਭਾਗੇ ਹੋ ਕਿ ਚਲੋ ਸਮਾਂ ਨਹੀਂ ਕਿ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਬੈਠੀਏ। ਹਾਲਾਤ ਜੋ ਅੱਜ ਸੰਸਾਰ ਦੇ ਵਿੱਚ ਬਣੇ ਹੋਏ ਨੇ, ਪਰ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਵੀ ਰੋਜ਼ਾਨਾ ਧੰਨ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸੁਣਦੇ ਪਏ ਨੇ, ਰੋਜ਼ਾਨਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਂਦੇ ਨੇ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਉਹ ਸੱਚੀ ਮੁੱਚੀ ਭਾਗਾਂ ਵਾਲੇ ਨੇ। ਮਹਾਰਾਜ ਇਸੇ ਨੂੰ ਕਹਿੰਦੇ ਨੇ ਕਿ ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਪ੍ਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਪ੍ਰੀਜੇ ਜੀਓ। ਮਹਾਰਾਜ ਕਹਿੰਦੇ ਨੇ ਕਿ ਉਹ ਤੇ ਚੰਗੇ ਕਰਮ ਸੀ ਜਿਨ੍ਹਾਂ ਨੂੰ ਸੰਗਤ ਨਸੀਬ ਹੋ ਗਈ, ਬਿਨਾਂ ਚੰਗੇ ਕਰਮਾਂ ਤੋਂ ਸੰਗਤ ਨਸੀਬ ਨਹੀਂ ਹੁੰਦੀ। ਭਾਗਹੀਨ ਪ੍ਰਮ ਚੋਟਾਂ ਖਾਵੇ, ਬਿਨਾਂ ਭਾਗਾਂ ਤੋਂ ਜੀਵ ਭਟਕਦਾ ਹੈ, ਦੁੱਖ ਦੇ ਵਿੱਚ ਪੈ ਜਾਂਦਾ ਹੈ। ਤੇ ਇਹੀ ਦੁੱਖ ਜਿਹੜੇ ਨੇ ਇਹ ਜਨਮ ਤੇ ਮਰਨ ਦਾ ਕਾਰਨ ਬਣਦੇ ਨੇ। ਇਹੀ ਦੁੱਖ ਜਿਹੜੇ ਨੇ
ਇਹ ਕੁਸੰਗਤ ਜਿਹੜੀ ਹੈ, ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਇਸ ਕੁਸੰਗਤ ਦੇ ਕਰਕੇ ਹੀ ਜੀਵ ਜਿਹੜਾ ਹੈ ਉਹ ਜਨਮ ਤੇ ਮਰਨ ਦੇ ਗੇੜ ਦੇ ਵਿੱਚ ਪੈ ਜਾਂਦਾ ਹੈ। ਵਾਸਨਾ ਬੱਧਾ ਆਵੇ ਜਾਏ। ਮਹਾਰਾਜ ਕਹਿੰਦੇ ਨੇ ਕਿ ਵਾਸਨਾ ਹੀ ਹੈ ਜਿਹੜਾ ਜੀਵ ਨੂੰ ਦੁਬਾਰਾ ਜਨਮ ਕਰਾ ਦਿੰਦੀ, ਦੁਬਾਰਾ ਜੀਵ ਜਿਹੜਾ ਜੰਮਦਾ ਤੇ ਮਰਦਾ ਰਹਿੰਦਾ ਹੈ। ਸੋ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੁੱਛਦੇ ਪਏ ਨੇ ਕਿ ਦੱਸੋ ਕਿ ਸੱਚੇ ਪਾਤਸ਼ਾਹ ਮਹਾਰਾਜ ਜੀਵ ਕਰਮਾਂ ਤੋਂ ਕਿਵੇਂ ਬਚੇ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਕਰਮ ਜਿਹੜੇ ਨੇ ਉਹ ਤਾਂ ਨਾਸ਼ ਹੋਵਣਗੇ, ਨਾਨਕ ਹਰਿ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੇ ਤਨ ਕੀ। ਸਤਿਗੁਰ ਮਹਾਰਾਜ ਕਹਿੰਦੇ ਨੇ ਇਹਦੇ ਕਰਕੇ ਜਿਹੜੀ ਕੁਮਤ ਚਲੇ ਜਾਂਦੀ ਹੈ। ਸਿੱਖ ਸਤਿਗੁਰ ਮਹਾਰਾਜ ਨੂੰ ਫਿਰ ਪੁੱਛਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਕਿ ਜੀਵਨ ਬਣੇ ਰਹਿਣ ਦਾ ਕਾਰਨ ਕੀ ਹੈ, ਜੀਵਨ ਕਿਉਂ ਬਣਿਆ ਰਹਿੰਦਾ ਹੈ। ਸਤਿਗੁਰ ਮਹਾਰਾਜ ਕਹਿੰਦੇ ਨੇ ਜੀਵਨ ਮਮਤਾ ਦੇ ਕਰਕੇ ਬਣਿਆ ਰਹਿੰਦਾ ਹੈ। ਜੀਵਨ ਦੇ ਵਿੱਚ ਜੇਕਰ ਮਮਤਾ ਰਹੇਗੀ, ਮਮਤਾ ਤੋਂ ਭਾਵ ਹੈ ਕਿ ਮੋਹ ਤੋਂ ਭਾਵ ਹੈ ਕਿ ਬੇੜੀਆਂ। ਸਤਿਗੁਰ ਮਹਾਰਾਜ ਕਹਿੰਦੇ ਇਹ ਮੋਹ ਹੀ ਹਨ ਜਿਹੜੇ ਬੇੜੀਆਂ ਬਣ ਜਾਂਦੀਆਂ ਨੇ, ਤੇ ਇਸ ਨਾਲ ਮੋਹ ਦੇ ਕਰਕੇ ਹੀ ਸਤਿਗੁਰ ਮਹਾਰਾਜ ਕਹਿੰਦੇ ਨੇ ਜੀਵ ਦਾ ਪਾਰ ਉਤਾਰਾ ਨਹੀਂ ਹੁੰਦਾ। ਬਾਰ ਜੀਵਨ ਜਿਹੜਾ ਹੈ ਉਹ ਮਿਲਦਾ ਰਹਿੰਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਕਿਉਂਕਿ ਹਰ ਵਸਤੂ ਜਿਹੜੀ ਹੈ ਮਹਾਰਾਜ ਕਹਿੰਦੇ ਨੇ ਕਿ ਜੀਵ ਦਾ ਸੁਭਾਅ ਇਵੇਂ ਦਾ ਬਣਿਆ ਕਿ ਖਿੱਚ ਬਣਾ ਕੇ ਬੈਠਾ ਕਿ ਆ ਵੀ ਮੇਰੀ ਹੈ, ਆ ਵੀ ਮੇਰੀ। ਛੋਟੇ ਹੁੰਦਿਆਂ ਤੋਂ ਇਹ ਮੋਹ ਦੀਆਂ ਤੰਦਾਂ ਪੈ ਜਾਂਦੀਆਂ ਨੇ। ਬਾਲਕ ਛੋਟਾ ਜਿਹਾ ਬੱਚਾ ਜਿਹੜਾ ਹੈ ਉਹ ਵੀ ਮੋਹ ਦੇ ਵਿੱਚ ਫਸਿਆ, ਕਿਉਂਕਿ ਉਹਦੇ ਕੋਲ 4 ਖਿਡੌਣੇ ਹੋਵਣ ਤੇ ਉਹ 4 ਦੇ ਵਿੱਚੋਂ ਇੱਕ ਵੀ ਦੂਜੇ ਬੱਚੇ ਨੂੰ ਦੇਣ ਨੂੰ ਤਿਆਰ ਨਹੀਂ ਹੁੰਦਾ, ਤੇ ਜੇ 4 ਦੀ ਥਾਂ ਤੇ ਉਹਨੂੰ ਇੱਕ ਹੋਰ ਖਿਡੌਣਾ ਦੇ ਦਿੱਤਾ ਜਾਵੇ ਤੇ ਉਹ ਵੀ ਲੈਣ ਨੂੰ ਤਿਆਰ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਫਿਰ ਇਹ ਮੋਹ ਦੀਆਂ ਤੰਦਾਂ ਵੱਡੀਆਂ ਹੋ ਜਾਂਦੀਆਂ ਨੇ। ਇਹ ਤੰਦਾਂ ਵੱਡੀਆਂ ਹੁੰਦੀਆਂ ਜਿਉਂ-ਜਿਉਂ ਜੀਵ ਦਾ ਵਿਕਾਸ ਹੁੰਦਾ ਹੈ, ਸਰੀਰ ਵੱਧਦਾ ਹੈ, ਮੰਗਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ। ਪਹਿਲੋਂ ਖਿਡੌਣਿਆਂ ਦੇ ਕਰਕੇ ਮੋਹ ਸੀ, ਫਿਰ ਹੋਰ ਵਸਤੂਆਂ ਦੇ ਕਰਕੇ, ਗੱਡੀਆਂ ਮੋਟਰਾਂ ਕਾਰਾਂ ਦੇ ਕਰਕੇ ਮੋਹ ਬਣਿਆ, ਜ਼ਮੀਨ ਕਰਕੇ ਮੋਹ ਬਣਿਆ, ਜਾਇਦਾਦ ਕਰਕੇ ਮੋਹ ਬਣਿਆ। ਸਤਿਗੁਰ ਮਹਾਰਾਜ ਕਹਿੰਦੇ ਨੇ ਇਸ ਕਰਕੇ ਮੋਹ ਜਿਹੜਾ ਹੈ ਇਹ ਬੇੜੀ ਦੇ ਵਾਂਗ ਹੈ, ਤੇ ਜਬ ਇਹ ਜਾਣੇ ਮੈਂ ਕਿਛ ਕਰਤਾ। ਮਹਾਰਾਜ ਕਹਿੰਦੇ ਨੇ ਤਬ ਲਗ ਗਰਭ ਜੋਨ ਮੈਂ ਫਿਰਤਾ। ਤੇ ਜਿੰਨੀ ਦੇਰ ਤੱਕ ਮੋਹ ਦੇ ਵਿੱਚੋਂ ਹੰਕਾਰ ਪੈਦਾ ਹੋਇਆ, ਤੇ ਹੰਕਾਰ ਇਹ ਗੱਲ ਕਹਿੰਦਾ ਸੀ ਕਿ ਸਾਰਾ ਕੁਝ ਹੀ ਮੈਂ ਕੀਤਾ, ਧਨ ਮੈਂ ਇਕੱਠਾ ਕੀਤਾ, ਦੌਲਤ ਮੈਂ ਇਕੱਠੀ ਕੀਤੀ। ਮਹਾਰਾਜ ਕਹਿੰਦੇ ਨੇ ਕਿ ਤਬ ਲਗ ਗਰਭ ਜੋਨ ਮੈਂ ਫਿਰਤਾ। ਤਾਂ ਇਹ ਸਰੀਰ ਗਰਭ ਜੋਨ ਤੋਂ ਭਾਵੇਂ ਕਿ ਤਾਂ ਬਾਰ ਜੰਮਦਾ ਰਹਿੰਦਾ ਹੈ, ਤਾਂ ਬਾਰ ਜੀਵਨ ਮਿਲਦਾ ਰਹਿੰਦਾ ਹੈ। ਸੋ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਹੋਰ ਸਿੱਖਾਂ ਨੂੰ ਹੋਰ ਵੀ ਸ਼ਬਦ ਮਹਾਰਾਜ ਉਚਾਰਨ ਕਰਦੇ ਨੇ, ਉਹਨਾਂ ਦੀ ਆਪਾਂ ਲੜੀਵਾਰ ਜਿਹੜਾ ਹੈ ਉਹ ਵਿਚਾਰ ਨਾਲ ਕਰਾਂਗੇ। ਆਓ ਗੁਰੂ ਚਰਨਾਂ 'ਚ ਆਖੀਰ ਤੇ ਅਰਦਾਸ ਕਰੀਏ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ। ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਨ। ਸਭ ਥਾਈਂ ਹੋਈ ਸਹਾਏ, ਹਰ ਥਾਂ 'ਤੇ ਉਹ ਸਹਾਈ ਹੋ ਜਾਣ। ਤੇ ਜੀਵ ਜਿਹੜੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਫਸੇ ਨੇ, ਇਸ ਬਿਮਾਰੀ ਦੇ ਨਾਲ ਜੂਝਦੇ ਨੇ। ਗੁਰੂ ਸਾਹਿਬ ਕਿਰਪਾ ਕਰਕੇ ਇਹਦੇ ਤੋਂ ਸੰਸਾਰ ਨੂੰ ਨਿਜਾਤ ਦਿਵਾਉਣ, ਕਿਰਪਾ ਕਰਨ ਇਹ ਜਗਤ ਫਿਰ ਉਸੇ ਤਰ੍ਹਾਂ ਜਿਹੜਾ ਹੈ ਜੀਵਨ ਬਤੀਤ ਕਰ ਸਕੇ, ਭੈ ਤੋਂ ਰਹਿਤ ਹੋ ਸਕੇ। ਗੁਰੂ ਸਾਹਿਬ ਕਿਰਪਾ ਰਹਿਮਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ